ਓਮ ਸ਼ਾਂਤੀ, ਸਤਿ ਸ੍ਰੀ ਅਕਾਲ। ਅੱਜ ਫਿਰ ਆਪਾਂ ਇਸੇ ਐਪੀਸੋਡ ਨੂੰ ਪਿਛਲੀ ਕੜੀ ਨਾਲ ਜੋੜਦੇ ਹੋਏ ਕਿ ਪਰਮ ਪਿਤਾ ਪਰਮਾਤਮਾ ਜੋ ਇਹ ਸ੍ਰਿਸ਼ਟੀ ਦੀ ਰਚਨਾ ਰਚਦਾ ਹੈ, ਉਸ ਦਾ ਅਰਥ ਕੀ ਹੈ। ਜਦੋਂ ਇਹ ਸ੍ਰਿਸ਼ਟੀ ਅਵਿਨਾਸ਼ੀ ਹੈ ਤਾਂ ਅਵਿਨਾਸ਼ੀ ਨੂੰ ਰਚਣ ਦਾ ਕੋਈ ਸਵਾਲ ਹੀ ਪੈਦਾ ਨਹੀਂ ਹੁੰਦਾ। ਪਰ ਹਾਂ, ਜਦੋਂ ਅਗਿਆਨ ਛਾ ਜਾਂਦਾ ਹੈ, ਆਤਮਾ ਅੰਧਕਾਰ ਦੇ ਵਿੱਚ ਹੋ ਜਾਂਦੀ ਹੈ, ਉਸ ਨੂੰ ਸਾਡੇ ਸ਼ਾਸਤਰਾਂ ਦੇ ਵਿੱਚ ਬ੍ਰਹਮਾ ਦੀ ਰਾਤ ਔਰ ਬ੍ਰਹਮਾ ਦਾ ਦਿਨ, ਕਿਉਂਕਿ ਪਰਮਾਤਮਾ ਤ੍ਰਿਮੂਰਤੀ ਤਿੰਨ ਮੂਰਤੀਆਂ ਦੁਆਰਾ ਆਪਣਾ ਕਰਮ ਕਰਦਾ ਹੈ। ਇਹ ਤਿੰਨ ਮੂਰਤੀਆਂ ਪ੍ਰਕਾਸ਼ਮय ਬੋਡੀ ਦੀਆਂ ਹਨ। ਪਹਿਲੀ ਬੋਡੀ ਹੈ ਬ੍ਰਹਮਾ, ਪ੍ਰਜਾਪਿਤਾ ਬ੍ਰਹਮਾ ਕਿਹਾ ਜਾਂਦਾ ਹੈ। ਬ੍ਰਹਮਾ ਇਸ ਪ੍ਰਜਾ ਦੇ ਵਿੱਚ ਹੋਣਾ ਚਾਹੀਦਾ ਹੈ। ਪਹਿਲਾ ਨੌਲੇਜ ਬ੍ਰਹਮਾ ਨੂੰ ਮਿਲਿਆ ਔਰ ਉਹ ਫਸਟ ਪਰਸਨ ਬਣਿਆ ਇਸ ਦੁਨੀਆ ਦਾ। ਉਸ ਨੂੰ ਅਸੀਂ ਗ੍ਰੇਟ ਗ੍ਰੈਂਡ ਫਾਦਰ ਵੀ ਕਹਿ ਸਕਦੇ ਹਾਂ ਕਿ ਜੈਨਿਆਲੋਜੀਕਲ ਟਰੀ, ਕਲਪ ਬ੍ਰਿਕਸ਼ ਦਾ ਆਦਿ ਪਿਤਾ ਜੀਵਨ ਦੇ ਵਿੱਚ ਬ੍ਰਹਮਾ, ਉਸੇ ਦੁਆਰਾ ਇਹ ਸ੍ਰਿਸ਼ਟੀ ਦੀ ਰਚਣ ਵਾਲਾ, ਸੱਤਿਆ ਗਿਆਨ ਦੇ ਕਰਕੇ ਆਤਮਾ ਨੂੰ ਅਡਾਪਟ ਕਰਨ ਵਾਲਾ, ਜਿਹਨੂੰ ਅਡੋਪਸ਼ਨ ਕਿਹਾ ਜਾਂਦਾ ਹੈ। ਅਡੋਪਸ਼ਨ ਤਾਂ ਕਰਦਾ ਹੈ ਪਰਮਾਤਮਾ ਪਿਤਾ ਬ੍ਰਹਮਾ ਦੇ ਮੁਖ ਦੁਆਰਾ। ਇਸ ਵਾਸਤੇ ਇਹਨੂੰ ਮੁੱਖ ਵੰਸ਼ਾਵਲੀ ਕਿਹਾ ਜਾਂਦਾ ਹੈ। ਅੱਜ ਜੋ ਚੱਕਰ ਚੱਲ ਰਿਹਾ ਹੈ, ਜਿਹਨੂੰ ਅਸੀਂ ਡਾਰਵਿਨ ਦੀ ਥਿਊਰੀ ਕਹਿੰਦੇ ਹਾਂ, ਉਹ ਥਿਊਰੀ ਦੇ ਵਿੱਚ ਉਹ ਕੁੱਖ ਵੰਸ਼ਾਵਲੀ ਹੈ। ਅੱਜ ਅਸੀਂ ਦੇਖਦੇ ਹਾਂ ਵਰਣਾਂ ਨੂੰ ਵੀ ਅਲੱਗ-ਅਲੱਗ ਕਰਕੇ, ਦੇਵਤਾ, ਛਤਰੀ, ਵੈਸ਼, ਸ਼ੂਦਰ, ਚਾਰ ਵਰਣ, ਪਰ ਇੱਕ ਵਰਣ ਨੂੰ ਅਸੀਂ ਜਾਣਦੇ ਹੀ ਨਹੀਂ ਹਾਂ, ਉਹ ਹੈ ਬ੍ਰਾਹਮਣ ਵਰਣ। ਔਰ ਬ੍ਰਾਹਮਣ ਦੀ ਨਿਸ਼ਾਨੀ ਕੀ ਹੈ ਕਿ ਸਿਰ ਦੇ ਉੱਪਰ ਵਾਲ, ਜਿਸ ਨੂੰ ਪੰਜਾਬੀ ਦੇ ਵਿੱਚ ਬੋਧੀ ਕਿਹਾ ਜਾਂਦਾ ਹੈ, ਕਿ ਬ੍ਰਾਹਮਣ ਦੇਵਤਿਆਂ ਤੋਂ ਵੀ ਉੱਚੇ ਹਨ। ਤਾਂ ਬ੍ਰਾਹਮਣਾਂ ਨੂੰ ਦਵਿਜ ਵੀ ਕਿਹਾ ਜਾਂਦਾ। ਦਵਿਜ ਮਾਨਾ ਜਿਨ੍ਹਾਂ ਦਾ ਦੋ ਜਨਮ ਹੁੰਦਾ। ਉਹ ਜਨਮ ਦੇ ਆਪਣੇ ਇਸ ਸਰੀਰ ਵਿੱਚ ਰਹਿੰਦੇ ਹੋਏ ਜੋ ਪਰਮਾਤਮਾ ਪਿਤਾ ਦਾ ਗਿਆਨ ਸਮਝ ਲੈਂਦੇ ਹਨ ਕਿ ਮੈਂ ਦੇਹ ਨਹੀਂ, ਮੈਂ ਇੱਕ ਅਸ਼ਰੀਰੀ ਆਤਮਾ ਹਾਂ, ਉਹਨੂੰ ਅਸੀਂ ਮੁੱਖ ਵੰਸ਼ਾਵਲੀ ਕਹਿੰਦੇ ਹਾਂ। ਉਸ ਦਾ ਦੂਸਰਾ ਨਾਂ ਅਸੀਂ ਇਹ ਕਹਿੰਦੇ ਹਾਂ ਕਿ ਸ਼ਿਵ ਵੰਸ਼ੀ। ਵੰਸ਼ ਤਾਂ ਸਾਡੀ ਸ਼ਿਵ ਹੈ, ਪਰ ਅਸੀਂ ਬਰਮਾ ਕੁਮਾਰ ਤੇ ਬਰਮਾ ਕੁਮਾਰੀ ਹਾਂ। ਤਾਂ ਕਹਿਣ ਦਾ ਭਾਵ ਇਹ ਹੈ ਕਿ ਸਾਡੇ ਵਿੱਚੋਂ ਲੌਕਿਕਤਾ ਜਿਹੜੀ ਹੈ, ਜਿਹੜੀ ਸਾਨੂੰ ਪਰੇਸ਼ਾਨ ਕਰਦੀ ਰਹੀ ਹੈ, ਲੌਕਿਕ ਰਿਸ਼ਤਿਆਂ ਨਾਤਿਆਂ ਦੇ ਵਿੱਚ, ਦੇਹ ਦੇ ਸੰਬੰਧਾਂ ਦੇ ਵਿੱਚ, ਇਸੇ ਵਾਸਤੇ ਗੀਤਾ ਸਾਖੀ ਹੈ ਕਿ ਹੇ ਅਰਜੁਨ, ਦੇਹ ਤੇ ਦੇਹ ਦੇ ਸੰਬੰਧ ਦੁਖਦਾਈ ਹਨ। ਇਹਨਾਂ ਨੂੰ ਭੁੱਲ ਕੇ ਮੇਰੀ ਸ਼ਰਨ ਆ। ਤੂੰ ਇੱਕ ਅਜਰ ਅਮਰ ਅਵਿਨਾਸ਼ੀ ਆਤਮਾ ਹੈ। ਉਹਨੇ ਕੋਈ ਅਹਿੰਸਕ ਯੁੱਧ ਨਹੀਂ ਕੀਤਾ, ਉਹਨੇ ਅਹਿੰਸਕ ਯੁੱਧ ਕੀਤਾ। ਤਾਂ ਪ੍ਰਜਾਪਿਤਾ ਬ੍ਰਹਮਾ ਨੇ ਆਪਣੇ ਪੁਰਸ਼ਾਰਥ ਦੇ ਦੁਆਰਾ ਤਪ ਕਰਕੇ ਅਸ਼ਰੀਰੀ ਬਣ ਗਿਆ। ਔਰ ਅਸ਼ਰੀਰੀ ਬਣ ਗਿਆ, ਜੋ ਸਰੀਰ ਸੀ ਉਹ ਵੀ ਪ੍ਰਕਾਸ਼ਮय ਹੋ ਗਿਆ। ਔਰ ਉਸ ਦੇ ਦੁਆਰਾ ਫਿਰ ਮੁੱਖ ਵੰਸ਼ਾਵਲੀ ਰਚਨਾ ਸ਼ੁਰੂ ਹੋਈ। ਉਸ ਨੂੰ ਅਸੀਂ ਅਵਿਅਕਤ ਬ੍ਰਹਮਾ ਕਹਿੰਦੇ ਹਾਂ। ਪ੍ਰਜਾਪਿਤਾ ਬ੍ਰਹਮਾ ਇਸ ਸ੍ਰਿਸ਼ਟੀ ਦੇ ਉੱਤੇ ਸਾਡੇ ਨਾਲ ਸੀ। ਇਸ ਵਾਸਤੇ ਉਹਨੂੰ ਦਾੜੀ ਦਿਖਾਈ ਹੈ। ਤੁਸੀਂ ਬ੍ਰਹਮਾ ਦੇ ਮੰਦਰ ਦੇ ਵਿੱਚ ਜਾਓ, ਉਹਨੂੰ ਕਮਲ ਦੇ ਫੁੱਲ ਦੇ ਉੱਤੇ ਬੈਠਾ ਦਿਖਾਇਆ ਹੈ। ਲੰਬੀ ਦਾੜੀ ਦਿਖਾਈ ਹੋਈ ਹੈ, ਸਫੇਦ ਵਾਲ ਦਿਖਾਏ ਹੋਏ, ਕਿ ਉਹ ਇੱਕ ਪਰਮਾਤਮਾ ਪਿਤਾ ਕੋਈ ਗਰਭ ਦੇ ਵਿੱਚ ਨਹੀਂ ਜਾਂਦਾ, ਪਰ ਉਹ ਇੱਕ ਵਿਰਧ ਤਨ ਦੇ ਵਿੱਚ ਪ੍ਰਵੇਸ਼ ਕਰਕੇ ਉਸ ਦੇ ਦੁਆਰਾ ਸ੍ਰਿਸ਼ਟੀ ਦੀ ਨਵ ਰਚਨਾ ਕਰਦਾ ਹੈ। ਔਰ ਨਵ ਰਚਨਾ ਦਾ ਢੰਗ ਵੀ ਨਿਰਾਲਾ ਹੈ ਕਿ ਜੋ ਆਤਮਾ ਆਤਮਿਕ ਸਰੂਪ ਵਿੱਚ ਟਿਕਣ ਦਾ ਪੁਰਸ਼ਾਰਥ ਕਰਦੀਆਂ ਹਨ,
ਉਹਨਾਂ ਨੂੰ ਅਨੇਕ ਅੱਛੇ ਅਨੁਭਵ ਹੋਣੇ ਸ਼ੁਰੂ ਹੋ ਜਾਂਦੇ ਆ। ਕਿਉਂ? ਕਿਉਂਕਿ ਮੈਂ ਇਸ ਤੋਂ ਪਹਿਲੇ ਐਪੀਸੋਡਾਂ ਦੇ ਵਿੱਚ ਦੱਸ ਚੁੱਕਿਆ ਹਾਂ, ਪਹਿਲੇ ਜੋ ਕੜੀਆਂ ਮੈਂ ਦੇ ਚੁੱਕਿਆ ਹਾਂ ਕਿ ਆਤਮਾ ਦੇ ਗੁਣ 7 ਹਨ, ਜਿਹਨੂੰ ਸਤੋ ਪ੍ਰਧਾਨ ਕਿਹਾ ਜਾਂਦਾ ਹੈ। ਗਿਆਨ, ਸ਼ਕਤੀ, ਗੁਣ ਔਰ ਸ਼ਾਂਤੀ, ਪਵਿੱਤਰਤਾ, ਆਨੰਦ, ਇਹ ਸਾਰੀਆਂ 7 ਚੀਜ਼ਾਂ ਆਤਮਾ ਦਾ ਅਸਲੀ ਸਰੂਪ ਹਨ। ਪਰ ਜਦੋਂ ਇਹ ਆਤਮਾ ਦੇਹ ਦੇ ਵਿੱਚ ਆਈ, ਦੇਹ ਦੇ ਵਿੱਚ ਪਹਿਲਾਂ ਤਾਂ ਇਸ ਨੇ ਸੁੱਖ ਭੋਗਿਆ, ਜਦੋਂ ਤੱਕ ਇਹ ਅਸ਼ਰੀਰੀ ਰਹੀ। ਮੈਂ ਆਤਮਾ ਹੂੰ, ਇਹ ਮੇਰਾ ਸਰੀਰ ਹੈ। ਇਹ ਇਸ ਕਾਲ ਚੱਕਰ ਦੇ ਵਿੱਚ ਕਾਫੀ ਲੰਬਾ ਸਮਾਂ ਬੀਤਿਆ, ਸਦੀਆਂ ਬੀਤੀ। ਪਰ ਆਖਿਰ ਕੀ ਹੋਇਆ? ਜਦੋਂ ਮੱਧਿਆ ਆਇਆ, ਮੱਧਿਆ ਕਹਿੰਦੇ ਆ ਦੂਸਰਾ ਪੁਰ, ਦੁਆਪਰ ਮਾਨਾ ਦੂਸਰਾ ਪੁਰ ਸ਼ੁਰੂ ਹੋ ਗਿਆ। ਉਸ ਦੇ ਅੰਦਰ ਕੀ ਬੁੱਧੀ ਜਿਹੜੀ ਸੀਗੀ ਉਹ ਲੌਕਿਕ ਬਣਨੀ ਸ਼ੁਰੂ ਹੋ ਗਈ। ਬੁੱਧੀ ਨੇ ਪਰਿਵਰਤਨ ਦੇ ਵਿੱਚ ਆ ਕੇ ਦੇਹ ਨੂੰ ਦੇਖਣਾ ਸ਼ੁਰੂ ਕੀਤਾ। ਕਾਲਾ, ਗੋਰਾ, ਅੱਛਾ, ਬੁਰਾ, ਅਟਰੈਕਸ਼ਨ ਦੇ ਵਿੱਚ ਆ ਗਿਆ। ਦੇਹ ਦੀ ਖਿਚਾਵਟ ਹੋਈ, ਦੇਹ ਦੇ ਪਦਾਰਥਾਂ ਵੱਲ ਚਲਾ ਗਿਆ। ਜਿਉਂ-ਜਿਉਂ ਦੇਹ ਦੇ ਪਦਾਰਥਾਂ ਵੱਲ ਚਲਾ ਗਿਆ, ਦੁਆਪਰ ਯੁੱਗ ਦੇ ਵਿੱਚ ਫਿਰ ਵੀ ਅੱਛਾ ਸੀ ਕਿ ਰਜੋ ਪ੍ਰਧਾਨ ਸੀ। ਪਰ ਜਦੋਂ ਅੱਗੇ ਗਏ ਤਾਂ ਕਲਯੁੱਗ ਦੀ ਸ਼ੁਰੂਆਤ ਹੋਈ। ਕਲਯੁੱਗ ਦੀ ਸ਼ੁਰੂਆਤ ਦੇ ਵਿੱਚ ਵੀ ਫਿਰ ਵੀ ਅੱਛਾ ਰਿਹਾ। ਪਰ ਜਦੋਂ ਕਲਯੁੱਗ ਦੀਆਂ ਅੰਤਮ ਘੜੀਆਂ ਆਈਆਂ ਤਾਂ ਹਰੇਕ ਆਤਮਾ ਨੂੰ ਕਰਮਿਕ ਅਕਾਊਂਟ ਇੱਥੇ ਹੀ ਭੁਗਣਾ ਪਏਗਾ। ਇਸ ਵਾਸਤੇ ਜਦੋਂ ਅੰਤ ਆਇਆ, ਦੈਵੀ ਗੁਣ, ਜਿਨ੍ਹਾਂ ਨੂੰ ਅਸੀਂ ਦਿਵਯ ਗੁਣ ਵੀ ਕਹਿੰਦੇ ਹਾਂ, ਡਿਵਾਈਨ ਵਰਚੂਸ ਵੀ ਕਹਿੰਦੇ ਹਾਂ, ਔਰ ਮਰਿਆਦਾ ਵੈਲਿਊਜ਼ ਵੀ ਕਹਿੰਦੇ ਹਾਂ, ਔਰ ਇਹ ਚੀਜ਼ਾਂ ਖਤਮ ਹੋਣ ਲੱਗੀ। ਵਿਚਾਰਾਂ ਦੇ ਵਿੱਚ ਇੰਨਾ ਪਰਿਵਰਤਨ ਆ ਗਿਆ ਕਿ ਨੈਗੇਟਿਵ ਹੀ ਸੋਚਣ ਲੱਗੇ, ਨੈਗੇਟਿਵਿਟੀ ਵਧੀ ਗਈ। ਪੋਜ਼ਿਟਿਵ ਨੂੰ ਵੀ ਅਸੀਂ ਨੈਗੇਟਿਵ ਲੈਣਾ ਸ਼ੁਰੂ ਕਰ ਦਿੱਤਾ। ਆਪਣੀ ਭਲਾਈ ਵਾਸਤੇ ਕਈ ਚੀਜ਼ਾਂ ਸਨ, ਪਰ ਉਹਨਾਂ ਦੇ ਵਿੱਚ ਵੀ ਪਰਿਵਰਤਨ ਆਇਆ। ਦੇਖੋ, ਇੱਕ ਚੀਜ਼ ਹੈ ਕਿ ਅਨੁਭਵ ਦੇ ਆਧਾਰ ਦੇ ਉੱਤੇ ਹੀ ਗੱਲ ਦੱਸੀ ਜਾਂਦੀ ਹੈ। ਜਿਉਂ-ਜਿਉਂ ਮੈਂ ਅੱਗੇ ਵੱਧਦਾ ਗਿਆ, ਮੈਂ ਮੈਡੀਟੇਸ਼ਨ ਸ਼ੁਰੂ ਕੀਤਾ। ਇਨੀਸ਼ੀਅਲ ਸਟੇਜ ਦੇ ਵਿੱਚ ਮੇਰਾ ਮੈਡੀਟੇਸ਼ਨ ਨਹੀਂ ਲੱਗਿਆ, ਮੇਰਾ ਯੋਗ ਨਹੀਂ ਲੱਗਿਆ। ਮੈਂ ਇੱਕ ਵਿਯੋਗੀ ਆਤਮਾ ਹੀ ਰਿਹਾ। ਪਰ ਇੱਕ ਚੀਜ਼ ਹੈ, ਜਿਉਂ-ਜਿਉਂ ਨੌਲੇਜ ਮਿਲਦਾ ਗਿਆ, ਕਿਉਂਕਿ ਨੌਲੇਜ ਇਜ਼ ਲਾਈਟ, ਨੌਲੇਜ ਫੁੱਲ ਹੋ ਜਾਣਾ। ਨੌਲੇਜ ਫੁੱਲ ਉਸ ਨੂੰ ਕਿਹਾ ਜਾਂਦਾ ਹੈ ਜਿਹਨੂੰ ਆਪਣਾ ਵੀ ਗਿਆਨ ਹੋਵੇ ਤੇ ਸਾਰੇ ਧਰਮਾਂ ਦਾ ਵੀ ਗਿਆਨ ਹੋਵੇ, ਔਰ ਸਾਰੇ ਧਰਮਾਂ ਨੂੰ ਇੱਕ ਨਜ਼ਰ ਨਾਲ ਦੇਖਿਆ ਜਾਵੇ। ਇਸ ਤਰੀਕੇ ਨਾਲ ਹੀ ਜਿਉਂ-ਜਿਉਂ ਮੈਨੂੰ ਨੌਲੇਜ ਆਇਆ, ਮੇਰਾ ਵਿਸ਼ਵਾਸ ਦਾ ਸਿਸਟਮ, ਜਿਹਨੂੰ ਬਿਲੀਫ ਸਿਸਟਮ ਮੈਂ ਕਿਹਾ ਸੀ, ਮੇਰੇ ਬਿਲੀਫ ਸਿਸਟਮ ਦੇ ਵਿੱਚ ਅੰਤਰ ਆਏ। ਜਦੋਂ ਮੇਰੇ ਸਾਹਮਣੇ ਉਹ ਚਿੱਤਰ ਕੀਤਾ ਗਿਆ ਨਿਰਾਕਾਰ ਪਰਮਾਤਮਾ ਸ਼ਿਵ ਦਾ, ਉਸ ਦੇ ਵਿੱਚ ਮੈਂ ਦੇਖੇ ਕਿ 32 ਗੁਣ ਦਿਖਾਏ ਗਏ। ਗਿਆਨ ਦੇ ਸਾਗਰ, ਪਿਆਰ ਦੇ ਸਾਗਰ, ਸ਼ਕਤੀਆਂ ਦੇ ਸਾਗਰ, ਗੁਣਾਂ ਦੇ ਸਾਗਰ। ਇਹ 32 ਗੁਣ ਪਰਮਾਤਮਾ ਇਹਨਾਂ ਗੁਣਾਂ ਦਾ ਸਾਗਰ ਹੈ। ਅਸੀਂ ਮੈਡੀਟੇਸ਼ਨ ਪਰਮਾਤਮਾ ਨਾਲ ਹੀ ਕਰਨਾ ਹੈ, ਕਿਉਂਕਿ ਉਹ ਗੁਣ ਉੱਥੋਂ ਹੀ ਸਾਨੂੰ ਪ੍ਰਵੇਸ਼ ਹੋ ਸਕਦੇ ਹਨ। ਪਰ ਉਸ ਤੋਂ ਪਹਿਲਾਂ ਦੋ ਗੱਲਾਂ ਨੂੰ ਸਮਝ ਲੈਣਾ ਬਹੁਤ ਜ਼ਰੂਰੀ ਹੈ। ਇੱਕ ਤਾਂ ਕਾਲ ਚੱਕਰ, ਇੱਕ ਸਮੇਂ ਦੀ ਪੁਕਾਰ ਕਿ ਸਮੇਂ ਕਿੱਧਰ ਜਾ ਰਿਹਾ ਹੈ।
ਕਾਲ ਆਫ ਦਾ ਟਾਈਮ, ਸਮੇਂ ਦੀ ਪੁਕਾਰ ਕਿ ਬਦਲੋ, ਮੈਂ ਆ ਗਿਆ। ਧਰਤੀ ਉੱਤੇ ਅਵਤਰਨ ਹੋ ਚੁੱਕਿਆ। ਬ੍ਰਹਮਾ ਕੁਮਾਰੀ ਦੇ ਫਿਲਾਸਫੀ ਦੇ ਦੁਆਰਾ ਪਰਮਾਤਮਾ ਦਾ ਅਵਤਰਨ ਇਸ ਧਰਤੀ ਦੇ ਉੱਤੇ ਇੱਕ ਅਲੌਕਿਕ ਅਚੰਭੇ ਦੀ ਤਰ੍ਹਾਂ ਹੀ ਹੋਇਆ, ਕਿਉਂਕਿ ਪਰਮਾਤਮਾ ਕੋਈ ਜਾਦੂਗਰ ਨਹੀਂ ਹੈ। ਪਰਮਾਤਮਾ ਕੋਈ ਸਜੀ ਸਜਾਈ ਦੇਵਤਾਈ ਮੂਰਤ ਨਹੀਂ ਹੈ, ਪਰ ਉਹ ਇੱਕ ਸਾਧਾਰਨ ਗਰੀਬ ਨਿਵਾਸ, ਸਾਧਾਰਨ ਮਾਨੁਸ਼ ਨੂੰ ਦੇਵਤਾ ਬਣਾਉਣ ਵਾਲਾ ਹੈ। ਇਸ ਵਾਸਤੇ ਇਹ ਚੀਜ਼ ਹੈ ਜੋ ਆਤਮਾ ਬਿਲਕੁਲ ਖਾਲੀ ਹੋ ਚੁੱਕੀ ਸੀ, ਜਿਸ ਦੇ ਅੰਦਰ ਅਨੇਕ ਜਨਮਾਂ ਦੀ, ਅਨੇਕ ਸਦੀਆਂ ਦੀ, ਚਾਰੇ ਯੁਗਾਂ ਦੀ ਸੀਡੀ ਭਰੀ ਹੋਈ ਸੀ, ਉਹ ਖਾਲੀ ਹੋ ਚੁੱਕੀ ਔਰ ਨੈਗੇਟਿਵ ਸੀਡੀ ਆ ਗਈ। ਅੱਜ ਸਾਰੀ ਦੁਨੀਆ ਦੀ ਨਜ਼ਰ ਮਾਰੀਏ, ਅਗਰ ਪੇਪਰ ਦੀਆਂ 2 ਲਾਈਨਾਂ ਦੇਖੀਏ, ਅੱਜ ਅਸੀਂ ਉਹ ਚੀਜ਼ਾਂ ਦੇਖਦੇ ਹਾਂ ਜੋ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਵਿਸ਼ਵ ਸਰਕਲ ਵੱਧ ਗਿਆ, ਵਿਕਾਰੀ ਸਰਕਲ ਕਿੱਥੇ ਚਲਾ ਗਿਆ? ਅਸੀਂ ਆਪਣੀ ਕਲਮ ਇੰਦਰੀਆਂ ਦੇ ਗੁਲਾਮ ਬਣ ਗਏ। ਅੱਜ ਵਿਅਕਤੀ ਆਪਣੇ ਇੰਦਰੀਆਂ ਦੇ ਸੁੱਖ ਦੇ ਵਿੱਚ ਲਿਪਤ ਹੋਇਆ, ਇੱਕ ਸਿਰਫ 5 ਮਿੰਟ ਦੀ ਗਲਤੀ ਕਰਕੇ ਸਾਰੀ ਜ਼ਿੰਦਗੀ ਆਪਦੀ ਸਜ਼ਾ ਵਿੱਚ ਭੋਗਦਾ ਹੈ। ਉਸ ਟਾਈਮ ਉਹ ਪਾਗਲ ਹੋ ਜਾਂਦਾ ਹੈ, ਕਿਉਂਕਿ ਕਰਮ ਇੰਦਰੀਆਂ ਦੇ ਰਸ, ਕਰਮ ਇੰਦਰੀਆਂ ਦੇ ਹਾਰਮੋਨਸ ਇੰਨੇ ਪ੍ਰਬਲ ਹੋ ਚੁੱਕੇ ਹਨ ਕਿ ਹਾਰਮੋਨ ਸਾਡੇ ਸਰੀਰ ਦੇ ਦੁਆਰਾ ਜੋ ਅੱਜ ਦਾ ਵਾਤਾਵਰਣ ਗੰਦਾ ਹੈ, ਇਹ ਗੰਦੇ ਵਾਤਾਵਰਣ ਤੋਂ ਅਸੀਂ ਵਿਚਾਰ ਲੈਂਦੇ ਹਾਂ ਔਰ ਵਿਚਾਰ ਸਾਡੀ ਆਤਮਾ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਉਹ ਸਾਨੂੰ ਕੰਪੈਲ ਕਰ ਦਿੰਦੇ ਹਨ ਕਿ ਬੁਰੇ ਕਰਮ ਕਰਨ ਵਾਸਤੇ। ਇਸ ਵਾਸਤੇ ਇਹ ਚੀਜ਼ ਹੈ ਕਿ ਜਦੋਂ ਸਾਨੂੰ ਨੌਲੇਜ ਮਿਲ ਜਾਂਦਾ ਹੈ, ਜੈਸੇ ਜੈਸੇ ਨੌਲੇਜ ਮਿਲਿਆ, ਜਿਉਂ-ਜਿਉਂ ਨੌਲੇਜ ਮਿਲਿਆ ਔਰ ਨੌਲੇਜ ਦੀ ਕਲੈਰਿਟੀ ਹੋਈ ਔਰ ਮੇਰੇ ਮਾਈਂਡ ਦੇ ਅੰਦਰ ਡਬਲ ਲਾਈਟ, ਔਰ ਮੈਂ ਅੰਦਰ ਇੱਕ ਆਪਣੇ ਆਪ ਨੂੰ ਇੰਨਾ ਹਲਕਾ ਮਹਿਸੂਸ ਕੀਤਾ ਕਿ ਮੈਂ ਤਾਂ ਇੱਕ ਦੇਹ ਦੇ ਵਿੱਚ ਇੱਕ ਅਸ਼ਰੀਰੀ ਆਤਮਾ ਹਾਂ, ਜੋ ਮੈਂ ਇਸ ਸਰੀਰ ਦੁਆਰਾ ਕਰਮ ਕਰ ਰਿਹਾ। ਤਾਂ ਮੈਂ ਸਾਥ ਮੇਰਾ ਕਨੈਕਸ਼ਨ ਪਰਮਾਤਮਾ ਪਿਤਾ ਨਾਲ ਵੀ ਰਿਹਾ ਔਰ ਮੈਂ ਕਰਮ ਵੀ ਕਰਦਾ ਰਿਹਾ। ਤਾਂ ਮੈਂ ਇੱਕ ਆਪਣੇ ਆਪ ਨੂੰ ਕਰਮ ਯੋਗੀ ਕਹਿਲਾਇਆ। ਅੱਜ ਸਾਨੂੰ ਕਰਮ ਯੋਗੀ ਬਣਨ ਦੀ ਲੋੜ ਹੈ, ਅਤੇ ਇਹਨਾਂ ਦੇ ਨਾਲ ਹੀ ਮੈਂ ਵਿਰਾਮ ਦਿੰਦਾ ਹੋਇਆ ਅੱਜ ਦੀ ਇਸ ਕੜੀ ਦੇ ਉੱਤੇ ਵਿਰਾਮ ਦਿੰਦਾ ਹਾਂ ਔਰ ਇਸ ਦੇ ਨਾਲ ਹੀ ਸਤਿ ਸ਼੍ਰੀ ਅਕਾਲ।